ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਭ ਵਧੀਆ ਹੋਣੇ ਆ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਬੀਐਡ ਵਰਸਸ ਈਟੀਟੀ। ਈਟੀਟੀ ਨੂੰ ਤੁਸੀਂ ਡੀਐਲਐਡ ਵੀ ਕਹਿ ਦਿੰਦੇ ਹੋ। ਇਹਨਾਂ ਦੋਨਾਂ ਵਿੱਚੋਂ ਕਿਹੜਾ ਕੋਰਸ ਬੈਟਰ ਹੈ, ਜਾਂ ਫਿਰ ਕਹਿ ਸਕਦੇ ਹਾਂ ਫਿਊਚਰ ਦੇ ਅਕੋਰਡਿੰਗ, ਅੱਜ ਦੇ ਟਾਈਮ ਦੇ ਅਕੋਰਡਿੰਗ ਕਿਹੜੇ ਕੋਰਸ ਦੇ ਵਿੱਚ ਤੁਹਾਨੂੰ ਜੌਬ ਮਿਲਣ ਦੇ ਚਾਂਸਸ ਜ਼ਿਆਦਾ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਦੋਨੋਂ ਹੀ ਕੋਰਸ ਟੀਚਰ ਬਣਨ ਦੇ ਲਈ ਹੁੰਦੇ ਨੇ, ਬਟ ਇਹਨਾਂ ਵਿੱਚ ਤੁਹਾਨੂੰ ਕਹਿ ਸਕਦੇ ਹਾਂ ਕਿ ਜਿਹੜਾ ਈਟੀਟੀ ਦਾ ਕੋਰਸ ਹੁੰਦਾ ਹੈ ਪ੍ਰਾਇਮਰੀ ਲੈਵਲ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਕੋਰਸ ਹੁੰਦਾ ਹੈ। ਜੇਕਰ ਆਪਾਂ ਬੀਐਡ ਦੀ ਗੱਲ ਕਰਦੇ ਹਾਂ, ਇਹ ਕੋਰਸ 6 ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਬੱਚੇ, ਈਵਨ 11ਵੀਂ 12ਵੀਂ ਦੇ ਬੱਚਿਆਂ ਨੂੰ ਵੀ ਜੇਕਰ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਫਿਰ ਵੀ ਤੁਹਾਨੂੰ ਬੀਐਡ ਦਾ ਕੋਰਸ ਕਰਨਾ ਪੈਂਦਾ ਹੈ। ਸੋ ਇਹਨਾਂ ਦੇ ਕੁਝ ਤੁਹਾਨੂੰ ਬੈਨੀਫਿਟ ਵੀ ਵੇਖਣ ਨੂੰ ਮਿਲਣਗੇ, ਕੁਝ ਲਾਸ ਵੀ ਵੇਖਣ ਨੂੰ ਮਿਲਣਗੇ। ਆਪਾਂ ਸਾਰੀਆਂ ਗੱਲਾਂ ਨੂੰ ਡਿਸਕਸ ਕਰਾਂਗੇ ਕਿ ਜਿਹੜਾ ਕੋਰਸ ਹੈਗਾ ਆ ਘੱਟ ਪੈਸਿਆਂ ਵਿੱਚ ਕਿਹੜਾ ਕੋਰਸ ਹੋ ਜਾਂਦਾ, ਜਾਂ ਫਿਰ ਕਹਿ ਸਕਦੇ ਹਾਂ ਕਿ ਘੱਟ ਫੀਸ ਕਿਹਦੀ ਹੈਗੀ ਹੈ, ਸਿਲੈਕਸ਼ਨ ਪ੍ਰੋਸੈਸ ਕੀ ਹੁੰਦਾ ਜੇਕਰ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ। ਤੇ ਇਹਦੇ ਵਿੱਚ ਆਪਾਂ ਸਬਜੈਕਟ ਕੰਬੀਨੇਸ਼ਨ ਦੀ ਵੀ ਗੱਲ ਕਰਾਂਗੇ ਕਿ ਡੀਐਲਐਡ ਦੇ ਵਿੱਚ ਤਾਂ ਕੋਈ ਇਹੋ ਜਿਹਾ ਪੰਗਾ ਹੁੰਦਾ ਨਹੀਂ, ਬਟ ਬੀਐਡ ਵਿੱਚ ਇਹੋ ਜਿਹਾ ਕੀ ਪੰਗਾ ਵੇਖਣ ਨੂੰ ਮਿਲਦਾ ਹੈ। ਐਂਡ ਇਸੇ ਤਰ੍ਹਾਂ ਹੀ ਆਪਾਂ ਗੱਲ ਕਰਾਂਗੇ ਕਿ ਬੀਐਡ ਵਿੱਚ ਐਡਮਿਸ਼ਨ ਲੈਣੀ ਸੌਖੀ ਆ ਜਾਂ ਫਿਰ ਡੀਐਲਐਡ ਦੇ ਵਿੱਚ ਐਡਮਿਸ਼ਨ ਲੈਣੀ ਸੌਖੀ ਹੈਗੀ ਆ। ਸੋ ਸਾਰੀਆਂ ਹੀ ਗੱਲਾਂ ਨੂੰ ਆਪਾਂ ਡਿਸਕਸ ਤਾਂ ਕਰਾਂਗੇ ਹੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਲਾਈਕ ਦਾ ਜਿਹੜਾ ਬਟਨ ਹੈਗਾ ਜੀ ਉਹ ਪ੍ਰੈਸ ਕਰ ਦਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਆ। ਬਟ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਤੇ ਸਾਡਾ ਮੋਟੀਵੇਸ਼ਨ ਲੈਵਲ ਜੀ ਵੱਧ ਜਾਂਦਾ ਹੈ। ਸੋ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੀਐਡ ਵਰਸਸ ਡੀਐਲਐਡ ਵਿੱਚ ਜਿਹੜਾ ਕੋਰਸ ਹੈਗਾ ਆ ਕਿਹੜਾ ਬੈਟਰ ਕੋਰਸ ਹੈ, ਕਿਹੜਾ ਵਧੀਆ ਕੋਰਸ ਹੈ। ਸੋ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਊਂਗਾ ਜੀ ਇਸ ਵੀਡੀਓ ਦੇ ਵਿੱਚ। ਜਦੋਂ ਆਪਾਂ ਗੱਲ ਕਰਦੇ ਹਾਂ ਬੀਐਡ ਦੀ, ਸੋ ਬੀਐਡ ਦੇ ਵਿੱਚ ਜਿਹੜੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਬੀਐਡ ਦੇ ਵਿੱਚ ਜਿਹੜੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਉਹ ਪੜ੍ਹਾਉਂਦੇ ਹੋ ਜੀ 6 ਤੋਂ ਲੈ ਕੇ 8ਵੀਂ ਜਾਂ ਫਿਰ 10ਵੀਂ ਤੱਕ। ਈਵਨ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਤੁਹਾਨੂੰ ਮਾਸਟਰਸ ਕਰਨੀ ਪੈਂਦੀ ਆ, ਬਟ ਤੁਸੀਂ ਬੀਐਡ ਕਰਨ ਤੋਂ ਬਾਅਦ ਹੀ ਐਲੀਜੀਬਲ ਹੁੰਦੇ ਹੋ ਕਿਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ, 6 ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਲਈ। ਇਹ ਤਾਂ ਆਪਾਂ ਗੱਲ ਕੀਤੀ ਸੀਗੀ ਬੀਐਡ ਦੀ, ਬਟ ਉਹੀ ਜੇ ਤੁਸੀਂ ਡੀਐਲਐਡ ਦਾ ਕੋਰਸ ਕਰਦੇ ਹੋ, ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ, ਜਾਂ ਫਿਰ ਈਟੀਟੀ ਟੀਚਰਸ ਆਪਾਂ ਕਹਿ ਦਿੰਦੇ ਆ। ਜਦੋਂ ਤੁਸੀਂ ਇਹ ਕੋਰਸ ਕਰਦੇ ਹੋ ਤੁਸੀਂ ਪੀਆਰਟੀ ਟੀਚਰ ਬਣਦੇ ਹੋ। ਪੀਆਰਟੀ ਟੀਚਰਸ ਕਿਹੜੇ ਹੁੰਦੇ ਨੇ ਜੀ? ਜਿਹੜੇ ਕਿ ਪ੍ਰਾਇਮਰੀ ਬੱਚਿਆਂ ਨੂੰ ਪੜ੍ਹਾਉਂਦੇ ਨੇ। ਪਹਿਲੀ ਕਲਾਸ ਤੋਂ ਲੈ ਕੇ 5ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਜਿਹੜੇ ਟੀਚਰ ਹੁੰਦੇ ਨੇ ਉਹਨਾਂ ਨੂੰ ਆਪਾਂ ਪੀਆਰਟੀ ਟੀਚਰ ਕਹਿੰਦੇ ਆ ਜੀ। ਸੋ ਇਸੇ ਤਰ੍ਹਾਂ ਹੀ ਆਪਾਂ ਜੇ ਗੱਲ ਕਰੀਏ ਕਿ ਬੀਐਡ ਐਂਡ ਡੀਐਲਐਡ ਦਾ ਜਿਹੜਾ ਕੋਰਸ ਹੁੰਦਾ ਹੈ ਉਹ ਕਿੰਨੇ ਸਾਲ ਦਾ ਹੁੰਦਾ ਹੈ। ਸੋ ਬੀਐਡ ਅਤੇ ਡੀਐਲਐਡ ਦਾ ਜਿਹੜਾ ਕੋਰਸ ਹੈਗਾ ਜੀ ਇਹ 2 ਸਾਲਾਂ ਦਾ ਕੋਰਸ ਹੁੰਦਾ ਆ। ਕਿੰਨੇ ਟਾਈਮ ਦਾ ਹੁੰਦਾ ਜੀ? 2 ਸਾਲਾਂ ਦਾ ਕੋਰਸ ਹੁੰਦਾ ਹੈ। ਐਂਡ ਜੇਕਰ ਆਪਾਂ ਗੱਲ ਕਰੀਏ ਕਿ ਬੀਐਡ ਅਤੇ ਡੀਐਲਐਡ ਵਿੱਚ ਐਡਮਿਸ਼ਨ ਲੈਣ ਲਈ ਆਪਾਂ ਨੂੰ ਕੀ ਕੁਝ ਹੋਣਾ ਚਾਹੀਦਾ, ਭਾਵ 12ਵੀਂ ਗ੍ਰੈਜੂਏਸ਼ਨ ਕੀ ਹੋਣਾ ਚਾਹੀਦਾ। ਸੋ ਜੇਕਰ ਆਪਾਂ ਇਸ ਤੋਂ ਪਹਿਲਾਂ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੀ ਲਾਸਟ ਕਹਿ ਸਕਦੇ ਹਾਂ ਐਡਮਿਸ਼ਨ ਹੋਈ ਸੀਗੀ ਡੀਐਲਐਡ ਦੇ ਵਿੱਚ, ਈਟੀਟੀ ਦੇ ਵਿੱਚ, ਉਹ ਤਾਂ ਹੋਈ ਸੀਗੀ 12ਵੀਂ ਦੇ ਬੇਸ 'ਤੇ। ਬਟ ਅੱਜ ਦੇ ਟਾਈਮ ਦੇ ਵਿੱਚ ਆਲਦੋ ਹਜੇ ਤੱਕ ਈਟੀਟੀ ਵਿੱਚ ਐਡਮਿਸ਼ਨ ਸਟਾਰਟ ਨਹੀਂ ਹੋਈਆਂ, ਬਟ ਜਦੋਂ ਐਡਮਿਸ਼ਨਾਂ ਹੋਣਗੀਆਂ ਉਹਦੇ ਵਿੱਚ ਗ੍ਰੈਜੂਏਸ਼ਨ ਕੰਪਲਸਰੀ ਹੈ, ਮਤਲਬ ਗ੍ਰੈਜੂਏਸ਼ਨ ਮਸਟ ਹੈਗੀ ਆ। ਜੇਕਰ ਆਪਾਂ ਨਵੇਂ ਸੈਸ਼ਨ ਦੀ ਗੱਲ ਕਰੀਏ, ਹੁਣ ਵਾਲੇ ਸੈਸ਼ਨ ਦੇ ਵਿੱਚ ਜੇਕਰ ਈਟੀਟੀ ਵਿੱਚ ਐਡਮਿਸ਼ਨਾਂ ਹੁੰਦੀਆਂ ਨੇ, ਸੋ ਤੁਸੀਂ ਮੰਨ ਲਓ ਕਿ ਈਟੀਟੀ ਵਿੱਚ ਕੋਈ ਹੋਰ ਵੀ 2025 ਤੋਂ ਬਾਅਦ ਐਡਮਿਸ਼ਨਾਂ ਆਉਂਦੀਆਂ ਨੇ, ਸੋ ਉੱਥੇ ਜਿਹੜਾ ਗ੍ਰੈਜੂਏਸ਼ਨ ਕਹਿ ਸਕਦੇ ਹਾਂ ਕਿ ਇਹ ਕੰਪਲਸ਼ਨ ਹੋਊਗੀ, ਤੁਹਾਨੂੰ ਗ੍ਰੈਜੂਏਸ਼ਨ ਕਰਨੀ ਹੀ ਪੈਣੀ ਆ। ਮਤਲਬ ਇਹ ਕਿ ਜੇਕਰ ਤੁਸੀਂ ਬੀਐਡ ਕਰਨੀ ਹੈ ਇਹਦੇ ਵਿੱਚ ਪਹਿਲਾਂ ਤਾਂ ਇੱਕ ਐਂਟਰੈਂਸ ਐਗਜ਼ਾਮ ਲਿਆ ਜਾਂਦਾ। ਬੀਐਡ ਕਰਨ ਤੋਂ ਪਹਿਲਾਂ ਇੱਕ ਐਂਟਰੈਂਸ ਪੇਪਰ ਲਿਆ ਜਾਂਦਾ ਹੈ, ਬਟ ਡੀਐਲਐਡ ਦੇ ਵਿੱਚ ਮੈਰਿਟ ਦੇ ਆਧਾਰ ਤੇ ਤੁਹਾਨੂੰ ਐਡਮਿਸ਼ਨ ਦਿੱਤੀ ਜਾਂਦੀ ਹੈ। ਬੀਐਡ ਵਿੱਚ ਤੁਹਾਡੀ ਗ੍ਰੈਜੂਏਸ਼ਨ ਮਸਟ ਹੈਗੀ ਆ, ਡੀਐਲਐਡ ਵਿੱਚ ਵੀ ਗ੍ਰੈਜੂਏਸ਼ਨ ਮਸਟ ਹੋਣੀ ਚਾਹੀਦੀ ਹੈ। ਸੋ ਇੱਥੇ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ 50% ਨੰਬਰ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਬੀਐਡ ਵਿੱਚ ਦਾਖਲਾ ਲੈਣਾ ਹੈ। ਤੇ ਡੀਐਲਐਡ ਵਿੱਚ ਵੀ ਸੇਮ ਕੰਡੀਸ਼ਨ ਵੇਖਣ ਨੂੰ ਮਿਲੇਗੀ। ਹਾਲਾਂਕਿ ਇਹਨਾਂ ਵੱਲੋਂ ਅਜੇ ਨਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ, ਬਟ ਆਪਾਂ ਮੰਨ ਸਕਦੇ ਹਾਂ ਕਿ 50% ਵਾਲੀ ਜਿਹੜੀ ਕੰਡੀਸ਼ਨ ਹੈਗੀ ਆ ਐਡਮਿਸ਼ਨ ਰਿਗਾਰਡਿੰਗ, ਇਹ ਵੀ ਜਾਰੀ ਕੀਤੀ ਜਾਵੇਗੀ ਈਟੀਟੀ ਵਿੱਚ ਜੇਕਰ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ। ਤੇ ਬੀਐਡ ਵਿੱਚ ਹੋਰ ਕੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ? ਸਬਜੈਕਟ ਕੰਬੀਨੇਸ਼ਨ ਵੇਖਣ ਨੂੰ ਮਿਲਦੇ ਨੇ, ਜਿਵੇਂ ਕਿ ਤੁਹਾਨੂੰ ਕਾਫੀ ਸਾਰੀਆਂ ਸਟਰੀਮਾਂ ਵੇਖਣ ਨੂੰ ਮਿਲਦੀਆਂ ਨੇ। ਕਿਹੜੇ ਵਿੱਚ, ਕਿਹੜੇ ਸਬਜੈਕਟ ਵਿੱਚ, ਕਿਹੜੀ ਸਟਰੀਮ ਦੇ ਵਿੱਚ? ਗ੍ਰੈਜੂਏਸ਼ਨ ਦੇ ਵਿੱਚ। ਸੋ ਗ੍ਰੈਜੂਏਸ਼ਨ ਦੇ ਵਿੱਚ ਤੁਹਾਨੂੰ ਕਿਹੜੇ ਇੱਕ ਤਾਂ ਹੋ ਗਏ ਜੀ ਬੀਕਾਮ, ਉਸ ਤੋਂ ਬਾਅਦ ਤੁਹਾਨੂੰ BCA ਵੇਖਣ ਨੂੰ ਮਿਲਦੀ ਹੈ ਜੀ। BCA ਤੋਂ ਬਾਅਦ ਤੁਹਾਨੂੰ BA ਤੋਂ ਬਾਅਦ ਤੁਹਾਨੂੰ BSc। ਸੋ ਇਸ ਤਰ੍ਹਾਂ ਦੇ ਜਿਹੜੇ ਸਬਜੈਕਟ ਹੁੰਦੇ ਨੇ ਜੀ
ਇਹਨਾਂ ਦੇ ਆਧਾਰ ਤੇ ਹੀ ਤੁਹਾਡੇ ਸਬਜੈਕਟ ਕੰਬੀਨੇਸ਼ਨ ਬਣਦੇ ਨੇ। ਜਿਵੇਂ ਕਿ BSc ਵਾਲਾ ਜਿਹੜਾ ਸਟੂਡੈਂਟ ਹੈਗਾ ਆ ਉਹ ਕੀ ਰੱਖੂਗਾ, ਉਹ ਮੈਥ ਸਾਇੰਸ ਰੱਖੂਗਾ ਜਾਂ ਫਿਰ ਸਾਇੰਸ ਦੇ ਨਾਲ ਕੋਈ ਲੈਂਗੁਏਜ ਦਾ ਵਿਸ਼ਾ ਬਣਾ ਲੂਗਾ। ਸੋ ਇਹ ਡਿਪੈਂਡ ਕਰਦਾ ਆ ਉਹਨੇ ਗ੍ਰੈਜੂਏਸ਼ਨ ਵਿੱਚ ਕੀ ਪੜ੍ਹਿਆ ਸੀਗਾ। ਇਸੇ ਤਰ੍ਹਾਂ ਹੀ BA ਵਾਲਾ ਜਿਹੜਾ ਸਟੂਡੈਂਟ ਹੈਗਾ ਆ ਸਬਜੈਕਟ ਕੰਬੀਨੇਸ਼ਨ ਦੇ ਵਿੱਚ ਉਹ SST ਰੱਖ ਸਕਦਾ ਹੈ, ਕੋਈ ਲੈਂਗੁਏਜ ਦਾ ਵਿਸ਼ਾ ਰੱਖ ਸਕਦਾ ਹੈ ਜਿਹੜੇ ਕਿ ਉਹਨੇ ਗ੍ਰੈਜੂਏਸ਼ਨ ਵਿੱਚ ਪੜ੍ਹੇ ਹੋਣਗੇ। ਸੋ ਭਾਵ ਇਹ ਕਿ ਮੰਨ ਲਓ ਫਿਊਚਰ ਵਿੱਚ ਕੋਈ ਵੈਕੈਂਸੀਜ਼ ਆਉਂਦੀਆਂ ਨੇ, ਸੋ ਉਹਦੇ ਵਿੱਚ ਤੁਸੀਂ ਆਪਦੇ ਸਬਜੈਕਟ ਦੇ ਅਕੋਰਡਿੰਗ, ਤੁਹਾਡੇ B.Ed ਦੇ ਮਾਰਕਸ ਦੇ ਅਕੋਰਡਿੰਗ, B.Ed ਦੇ ਸਬਜੈਕਟ ਕੰਬੀਨੇਸ਼ਨ ਦੇ ਅਕੋਰਡਿੰਗ ਹੀ ਤੁਸੀਂ ਕਿਸੇ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ। ਬਟ DLED ਦੇ ਵਿੱਚ ਜਾਂ ਫਿਰ ETT ਵਿੱਚ ਇਹੋ ਜਿਹਾ ਤੁਹਾਨੂੰ ਵੇਖਣ ਨੂੰ ਨਹੀਂ ਮਿਲਦਾ। ਕਿਉਂਕਿ ਜਿਹੜਾ ਮਰਜ਼ੀ ਟੀਚਰ ਹੋਵੇ DLED ਦੇ ਵਿੱਚ ਤੁਸੀਂ BCom ਕੀਤੀ ਹੋਵੇ, BA ਕੀਤੀ ਹੋਵੇ, BSc ਕੀਤੀ ਹੋਵੇ ਐਂਡ ਜੇਕਰ ਤੁਸੀਂ ETT ਕੀਤੀ ਹੈ ਤੇ ਤੁਸੀਂ ਇੱਕੋ ਟੀਚਰ ਮੰਨੇ ਜਾਓਗੇ। ਮਤਲਬ ਇਹ ਕਿ ਮੰਨ ਲਓ 1000 ਪੋਸਟਾਂ ਆ ਗਈਆਂ ETT ਰਿਕਰੂਟਮੈਂਟ ਦੇ ਵਿੱਚ, ਸੋ ਜਿਹੜੇ 1000 ਟੀਚਰ ਹੋਣਗੇ ਉਹਨਾਂ ਦਾ ਸਬਜੈਕਟ ਕੰਬੀਨੇਸ਼ਨ ਨਹੀਂ ਵੇਖਿਆ ਜਾਊਗਾ। ਮਤਲਬ ਇਹ ਕਿ ਇੱਕ ਜਿਹੜਾ ਟੀਚਰ ਹੋਊਗਾ ਉਹਨੂੰ ਸਾਰੇ ਸਬਜੈਕਟ ਪੜ੍ਹਾਉਣੇ ਪੈਂਦੇ ਨੇ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਦੇ ਬੱਚਿਆਂ ਤੱਕ। ਸੋ ਇਹਦੇ ਵਿੱਚ ਤੁਹਾਨੂੰ DLED ਦੇ ਵਿੱਚ ਕੋਈ ਸਬਜੈਕਟ ਵੇਖਣ ਨੂੰ ਨਹੀਂ ਮਿਲਦੇ। ਬਟ ਮੰਨ ਲਓ ਤੁਸੀਂ B.Ed ਵਿੱਚ ਦਾਖਲਾ ਲੈ ਲੈਂਦੇ ਹੋ ਤੇ 2 ਸਾਲਾਂ ਦਾ ਜਿਹੜਾ ਕੋਰਸ ਹੈਗਾ ਜੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਸੋ ਫੀਸ ਕਿੰਨੀ ਹੋਊਗੀ? ਜੇਕਰ ਆਪਾਂ B.Ed ਦੀ ਗੱਲ ਕਰੀਏ ਤੇ B.Ed ਵਿੱਚ ਤੁਹਾਡੀ ਜਿਹੜੀ ਫੀਸ ਹੋਊਗੀ 2 ਸਾਲਾਂ ਦੀ ਉਹ ਹੁੰਦੀ ਹੈ ਜੀ 35,000। ਜੇਕਰ ਆਪਾਂ DLED ਦੀ ਗੱਲ ਕਰੀਏ ETT ਦੇ ਵਿੱਚ ਤੁਹਾਡੀ ਜਿਹੜੀ ਫੀਸ ਹੁੰਦੀ ਹੈ ਜੀ ਇਹ ਹੁੰਦੀ ਹੈ ਜੀ 20,000 ਲਗਭਗ ਫੀਸ ਹੁੰਦੀ ਹੈ ਪਰ ਸਾਲ ਦੀ। ਆਪਾਂ ਨੂੰ ਇੱਥੇ 9-10 ਹਜ਼ਾਰ ਫੀਸ ਵੇਖਣ ਨੂੰ ਮਿਲਦੀ ਹੈ। ਬਟ ਜੇਕਰ ਤੁਸੀਂ ਸਰਕਾਰੀ ਐਡਮਿਸ਼ਨ ਲੈਣੇ ਹੋ ਵਧੀਆ ਟੈਸਟ ਦੇ ਵਿੱਚ, ਮੈਰਿਟ ਦੇ ਵਿੱਚ ਆ ਕੇ, ਫਿਰ ਤੁਹਾਡੀ ਇੰਨੀ ਘੱਟ ਫੀਸ ਹੁੰਦੀ ਹੈ। ਸੋ ਮੈਂ ਤਾਂ ਤੁਹਾਨੂੰ ਆਪਦੇ ਵੱਲੋਂ ਜਿਹੜੀ ਸਾਰੀ ਜਾਣਕਾਰੀ ਸੀਗੀ B.Ed ਅਤੇ DLED ਦੀ ਇਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਜੇਕਰ ਮੇਰੇ ਤੋਂ ਪੁੱਛੋ ਕਿ ਇਹਨਾਂ ਵਿੱਚੋਂ ਬੈਟਰ ਕੋਰਸ ਕਿਹੜਾ ਹੈਗਾ ਆ, ਅੱਜ ਦੇ ਟਾਈਮ ਵਿੱਚ ਇਹ ਤਾਂ ਗੱਲ ਨਹੀਂ ਕਹੀ ਜਾ ਸਕਦੀ, ਬਟ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜੇਕਰ ਫਿਊਚਰ ਵਿੱਚ ਵੈਕੈਂਸੀਜ਼ ਆਉਂਦੀਆਂ ਨੇ ਤੇ B.Ed ਵਿੱਚ ਮੰਨ ਲਓ ਤੁਹਾਨੂੰ 5000 ਵੈਕੈਂਸੀਜ਼ ਵੇਖਣ ਨੂੰ ਮਿਲਦੀਆਂ ਨੇ। ਮੰਨ ਲੈਂਦੇ ਆ ਕਿ B.Ed ਬੇਸ ਤੇ 5000 ਵੈਕੈਂਸੀਜ਼ ਵੇਖਣ ਨੂੰ ਮਿਲੀਆਂ, ਬਟ ਉਹਦੇ ਵਿੱਚ ਕੁਝ ਮੈਥ ਦੀਆਂ ਹੋਣਗੀਆਂ, ਮੈਥ ਦੇ ਨਾਲ ਕਹਿ ਲਓ ਕਿ ਸਾਇੰਸ ਦੀਆਂ ਹੋਣਗੀਆਂ, ਸਾਇੰਸ ਦੇ ਨਾਲ ਤੁਹਾਨੂੰ ਇੰਗਲਿਸ਼ ਦੀ ਵੇਖਣ ਨੂੰ ਮਿਲ ਸਕਦੀ ਹੈ ਜੀ, ਇੰਗਲਿਸ਼ ਨਾਲ ਤੁਹਾਨੂੰ ਹਿੰਦੀ ਪੰਜਾਬੀ ਦੀਆਂ ਵੀ ਵੇਖਣ ਨੂੰ ਮਿਲ ਸਕਦੀਆਂ ਨੇ। ਠੀਕ ਹੈ ਜੀ। ਸੋ ਤੁਸੀਂ ਇਹ ਇੰਨੇ ਜਿਹੜੇ ਸਬਜੈਕਟ ਨੇ SST ਦੀ ਵੀ ਵਿੱਚ ਮਿਕਸ ਕਰ ਲਓ। ਸੋ ਇਹਨਾਂ ਸਬਜੈਕਟ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਜਿਹੜੀਆਂ ਵੈਕੈਂਸੀ ਸੀਗੀਆਂ ਇਹ ਵੰਡੀਆਂ ਜਾਣਗੀਆਂ। ਬਟ ਦੂਜੇ ਪਾਸੇ ਆਪਾਂ ਮੰਨ ਲੈਂਦੇ ਹਾਂ ਕਿ ETT ਵਿੱਚ 3000 ਵੈਕੈਂਸੀਜ਼ ਆਈਆਂ। ਸੋ 3000 ਵੈਕੈਂਸੀਜ਼ ਇਹਦੇ ਵਿੱਚ ਤਾਂ ਕੋਈ ਸਬਜੈਕਟ ਹੋਣਾ ਨਹੀਂ ਹੈਗਾ। ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਨਹੀਂ ਮੈਟਰ ਕਰਦਾ ਤੁਸੀਂ BCom ਕੀਤੀ ਹੈ, BCA ਕੀਤੀ ਹੈ, BA ਕੀਤੀ ਹੈ, BSc ਕੀਤੀ ਹੈ, ਬਟ ਤੁਸੀਂ ਇਹਨਾਂ 3000 ਵੈਕੈਂਸੀਜ਼ ਲਈ ਕੀ ਕਰਨੀ ਹੈ ਜੀ, ਤਿਆਰੀ ਕਰਨੀ ਹੈ। ਸੋ ਤੁਸੀਂ ਆਪਦੇ ਅਕੋਰਡਿੰਗ ਵੇਖ ਸਕਦੇ ਹੋ ਕਿ ਕਿਹੜੇ ਕੋਰਸ ਨੂੰ ਕਰਨ ਦਾ ਜਿਹੜਾ ਬੈਨੀਫਿਟ ਹੈਗਾ ਜੀ ਤੁਹਾਨੂੰ ਜ਼ਿਆਦਾ ਮਿਲ ਸਕਦਾ ਆ। ਤੇ ਨਾਲੇ ਹੁਣ ਤੁਸੀਂ ਕਹੋਗੇ ਕਿ ਸਰ ਇੱਕ ਹੋਰ NCTE ਦੀ ਗਾਈਡਲਾਈਨ ਵੀ ਹੈਗੀ ਹੈ ਕਿ ਜਿਸ ਦੇ ਅਕੋਰਡਿੰਗ ਜੇਕਰ B.Ed ਵਾਲਾ ਜਿਹੜਾ ਕੈਂਡੀਡੇਟ ਹੈਗਾ ਆ, ਜੇਕਰ ਉਹ ਪੇਪਰ 1 ਕਲੀਅਰ ਕਰਦਾ ਆ, ਕਿਉਂਕਿ ਪੇਪਰ 1 ਐਂਡ ਪੇਪਰ 2 ਦੀ ਮੈਂ ਗੱਲ ਹਜੇ ਨਹੀਂ ਕੀਤੀ, CTET ਦਾ ਜਿਹੜਾ ਪੇਪਰ ਹੋਗਾ ਜਾਂ ਫਿਰ STATET ਦਾ ਜਿਹੜਾ ਐਗਜ਼ਾਮ ਲਿਆ ਜਾਂਦਾ ਆ ਉਹਦੇ ਵਿੱਚ ਵੀ ਤੁਹਾਨੂੰ ਪੇਪਰ 1 ਤੇ ਪੇਪਰ 2 ਵੇਖਣ ਨੂੰ ਮਿਲਦਾ ਆ। ਪੇਪਰ 1 ਜੇਕਰ ਤੁਸੀਂ ਕਲੀਅਰ ਕਰ ਰਹੇ ਹੋ, ਪੇਪਰ 1 ਕਲੀਅਰ ਤੋਂ ਬਾਅਦ ਤੁਸੀਂ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਦੇ ਹੋ। ਜੇਕਰ ਤੁਸੀਂ ਪੇਪਰ 2 ਕਲੀਅਰ ਕਰ ਰਹੇ ਹੋ ਤੇ ਉਹਦੇ ਲਈ ਤੁਸੀਂ ਸੈਕੰਡਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਦੇ ਹੋ। ਬਟ NCTE ਦੇ ਗਾਈਡਲਾਈਨ ਅਕੋਰਡਿੰਗ B.Ed ਵਾਲੇ ਜਿਹੜੇ ਕੈਂਡੀਡੇਟਸ ਨੇ ਇਹ ਪੇਪਰ ਫਸਟ ਵੀ ਦੇ ਸਕਦੇ ਨੇ। ਇਨਡਾਇਰੈਕਟ ਸ਼ਬਦਾਂ ਵਿੱਚ ਕਹੀਏ ਤਾਂ B.Ed ਵਾਲੇ ਜਿਹੜੇ ਕੈਂਡੀਡੇਟਸ ਨੇ ਇਹ PRT ਦਾ ਪੇਪਰ ਵੀ ਦੇ ਸਕਦੇ ਨੇ ਜੇਕਰ ਉਹਨਾਂ ਦਾ ਪੇਪਰ 1 ਕਲੀਅਰ ਹੈ। ਬਟ ਕੁਝ ਕਹਿ ਸਕਦੇ ਹਾਂ ਕਿ ਰਾਜ ਸਰਕਾਰ ਦੇ ਵਿੱਚ ਜਿਹੜੇ ਹਾਈ ਕੋਰਟ ਹੁੰਦੇ ਨੇ, ਜਿਹੜੇ ਰਾਜ ਵਿੱਚ ਹਾਈ ਕੋਰਟ ਹੁੰਦੇ ਨੇ ਜੀ, ਉਹਨਾਂ ਵੱਲੋਂ ਫੈਸਲਾ ਆ ਗਿਆ ਕਿ ਨਹੀਂ ਭਰ ਸਕਦੇ ਤੁਸੀਂ, ਜਿਹੜੇ B.Ed ਵਾਲੇ ਕੈਂਡੀਡੇਟ ਨੇ ਪੇਪਰ 1 ਨਹੀਂ ਦੇ ਸਕਦੇ। ਸੋ ਇਹ ਜਿਹੜਾ ਮਾਮਲਾ ਹੈਗਾ ਆ ਹਜੇ ਇਹ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਤੇ ਜਲਦ ਹੀ ਜਿਹੜਾ ਇਹਦਾ ਡਿਸੀਜਨ ਹੈਗਾ ਜੀ ਇਹ ਵੀ ਆ ਜਾਊਗਾ। ਸੋ ਇਸ ਰਿਗਾਰਡਿੰਗ ਤਾਂ ਮੈਂ ਕੋਈ ਕਮੈਂਟ ਕਰੂੰਗਾ ਨਹੀਂ, ਬਟ ਮੈਂ ਤੁਹਾਨੂੰ ਜਿਹੜੀ ਗੱਲ ਸੀਗੀ ਕੋਰਸ ਰਿਗਾਰਡਿੰਗ, ਫੀਸ ਰਿਗਾਰਡਿੰਗ, ਫਿਊਚਰ ਦੇ ਵਿੱਚ ਜੇਕਰ ਕੋਈ ਵੈਕੈਂਸੀ ਆਉਂਦੀ ਹੈ ਉਸ ਦੇ ਰਿਗਾਰਡਿੰਗ ਇਹ ਸਾਰੀਆਂ ਗੱਲਾਂ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਤੁਸੀਂ ਕੀ ਸੋਚਦੇ ਹੋ ਇਸ ਰਿਗਾਰਡਿੰਗ ਇਹਦੇ ਬਾਰੇ ਜ਼ਰੂਰ ਕਮੈਂਟ ਕਰਕੇ ਕਮੈਂਟ ਸੈਕਸ਼ਨ ਵਿੱਚ ਦੱਸਿਓ। ਬਾਕੀ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਚਾਹੀਦੀਆਂ ਨੇ, ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤੇ ਇੱਕ ਜਿਹੜਾ ਲਾਈਕ ਬਟਨ ਹੋਏਗਾ ਜੀ ਉਹ ਜ਼ਰੂਰ ਪ੍ਰੈਸ ਕਰ ਲਿਓ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।